ਤੁਹਾਡੇ ਤੋਂ ਪੁੱਛਣਾ ਚਾਹੂੰਗਾ, ਅਗਰ ਗੁੱਸਾ ਨਾ ਕਰੋ। ਲੋਕ ਕਹਿੰਦੇ ਕਿ ਜਦੋਂ ਵੀ ਅਸੀਂ ਕਿਸੇ ਵੀ ਇਮੀਗ੍ਰੇਸ਼ਨ ਕੰਸਲਟੈਂਟ ਕੋਲ ਜਾਂਦੇ ਹਾਂ, ਐਜੂਕੇਸ਼ਨ ਕੰਸਲਟੈਂਟ ਕੋਲ, ਚਾਹੇ ਅਸੀਂ 33% ਵਾਲੇ ਹੋਈਏ, ਸਾਨੂੰ ਇੰਨਾ ਭਰੋਸਾ ਦੇ ਕੇ ਤੋਰਦੇ ਨੇ ਕਿ ਤੁਸੀਂ ਅਗਲੇ 6 ਮਹੀਨਿਆਂ ਦੇ ਵਿੱਚ ਕੈਨੇਡਾ, ਅਮਰੀਕਾ ਬੈਠੇ ਹੋਵੋਗੇ। ਤੁਸੀਂ ਵੀ ਉਸੇ ਤਰੀਕੇ ਨਾਲ ਸੁਪਨੇ ਸਬਜ਼ ਬਾਗ ਦਿਖਾਉਂਦੇ ਹੋ, ਜਾਂ ਉਹਨਾਂ ਨੂੰ ਸੱਚਾਈ ਦੱਸ ਦਿਓ ਕਿ ਨਹੀਂ ਕਾਕਾ ਤੇਰਾ ਨਹੀਂ ਹੋਣਾ। ਸਾਡੇ ਕੋਲ ਦੋਨੋਂ ਆਪਸ਼ਨਸ ਹੈ। ਅਗਰ ਬੱਚੇ ਕੋਲ ਘੱਟ ਪਰਸੈਂਟੇਜ ਆ, ਨਹੀਂ ਕਰ ਪਾ ਰਿਹਾ, ਸਾਡੇ ਕੋਲ ਵੇਰੀਅਸ ਅਦਰ ਕੰਟਰੀਜ਼ ਵੀ ਹੈ ਜਿੱਥੇ ਪ੍ਰੋਗਰਾਮ ਸਟੂਡੈਂਟ ਐਲੀਜੀਬਲ ਹੋਏਗਾ। ICSE ਇਸ ਚੀਜ਼ ਦੀ ਅਸ਼ੋਰਟੀ ਲੈਂਦੀ ਹੈ ਕਿ ਵਿਦੇਸ਼ ਭੇਜਣਗੇ ਵਿਦਿਆਰਥੀ ਨੂੰ ਇੱਥੇ ਪੜ੍ਹਾ ਕੇ, ਕਿਉਂਕਿ ਇੱਕ ਕਾਫੀ ਵੱਡੀ ਅਮਾਊਂਟ ਉਹਨਾਂ ਨੇ ਇੱਥੇ ਸੌਂਪਣੀ ਹੈ। ਤੁਹਾਡੀ ਜਿਹੜੀ ਸਕਸੈਸ ਹੈ ਰੇਟ ਹੈ ਉਹ ਕਾਫੀ ਹਾਈ ਹੋਣ ਵਾਲੀ, ਇਟਸ ਕਲੋਜ਼ ਟੂ 100% ਜੇ ਮੈਂ ਗੱਲ ਕਰ ਰਹੀ ਹਾਂ, ਸੋ ਡੈਫੀਨੇਟਲੀ ਹਾਇਰ ਹੈ, ਮੈਨੂੰ ਕੁਝ ਕਹਿਣ ਦੀ ਲੋੜ ਹੀ ਨਹੀਂ। ਪਰ ਹੁਣ ਜੋ ਸਮਾਚਾਰ ਮਿਲ ਰਹੇ ਨੇ ਉਸ ਦੇ ਮੁਤਾਬਕ ਕਿ ਜਨਵਰੀ ਇਨਟੇਕ ਦੇ ਲਈ ਜਾਂ ਮਈ ਇਨਟੇਕ ਦੇ ਲਈ ਵੀ ਸੀਟਾਂ ਆਲਮੋਸਟ ਫੁੱਲ ਹੋ ਚੁੱਕੀਆਂ ਨੇ। ਫਿਰ ਉਹ ਕੀ ਕਰਨ ਵਿਦਿਆਰਥੀ? ਕੌਨਫੀਡੈਂਟਲੀ ਮੈਂ ਇਸ ਕੈਮਰਾ ਦੇ ਅੱਗੇ ਕਹਿ ਰਹੀ ਹਾਂ ਕਿ ਜਨਵਰੀ 2022 ਚ ਸਟੂਡੈਂਟ ਆਪਣੀ ਫਾਈਲ ਸਟਾਰਟ ਕਰ ਸਕਦਾ ਹੈ ਐਂਡ ਆਪਣੀ ਸਟੱਡੀ ਸਟਾਰਟ ਕਰ ਸਕਦਾ ਹੈ। ਹੁਣ ਉਹ ਕਿਵੇਂ ਕਰ ਸਕਦਾ ਹੈ? ਇੱਕ ਬਹੁਤ ਹੀ ਯੂਨੀਕ ਮਾਡਲ ਹੈ ਜਿਹਨੂੰ ਕਹਿੰਦੇ ਆ ਕੈਨੇਡੀਅਨ ਪਾਥਵੇ ਪ੍ਰੋਗਰਾਮ, ਐਂਡ ਇਹ ਜਿਹੜਾ ਰਨ ਕਰਦਾ ਹੈ ਲਾਰਜੈਸਟ ਇੰਟਰਨੈਸ਼ਨਲ ਕੈਂਪਸ ਜੋ ਕਿ ਇੰਡੀਆ ਦਾ ਹੈ, ਔਰ ਇਹ ਲੋਕੇਟ ਕਰਦਾ ਹੈ ਫਤਿਹਗੜ੍ਹ ਸਾਹਿਬ ਸਰਹੰਦ, ਪੰਜਾਬ ਦੇ ਵਿੱਚ। ਜਿਹੜੀ ਕਿ ਕੋਈ ਵਿਦਿਆਰਥੀ ਵਿਦੇਸ਼ ਜਾ ਕੇ ਪੜ੍ਹਨਾ ਚਾਹੁੰਦਾ, ਉਹਨੂੰ ਇਹ ਦੇਖਣ ਦੀ ਲੋੜ ਨਹੀਂ ਹੈ ਕਿ ਕੈਨੇਡਾ ਦੇ ਵਿੱਚ ਸੀਟ ਹੈ ਜਾਂ ਨਹੀਂ ਹੈ। ਉਹਦੀ ਸੀਟ ਤੁਸੀਂ ਇੱਥੇ ਹੀ ਬੁੱਕ ਕਰੋਗੇ, ਕੁਝ ਮਹੀਨੇ ਇੱਥੇ ਪੜ੍ਹਾਓਗੇ ਤੇ ਬਾਅਦ ਵਿੱਚ ਉਹ ਵਿਦੇਸ਼ ਜਾ ਕੇ ਪੜ੍ਹ ਸਕਦਾ। ਬਿਲਕੁਲ, ਐਬਸੋਲੂਟ। ਕਿੰਨੇ ਸਾਲ ਦਾ ਜਿਹੜਾ ਕੋਰਸ ਹੈ, ਕਿੰਨਾ ਸਮਾਂ ਉਹਨੂੰ ਇੰਡੀਆ 'ਚ ਰਹਿ ਕੇ ਪੂਰਾ ਕਰਨਾ ਪਊਗਾ ਤੇ ਕਿੰਨਾ ਸਮਾਂ ਉਹ ਕੈਨੇਡਾ ਦੇ ਵਿੱਚ ਜਾ ਕੇ ਪੂਰਾ ਕਰ ਸਕਦਾ? ਕਿਉਂਕਿ ਐਟ ਦੀ ਐਂਡ ਅਗਰ ਕਿਸੇ ਵਿਦਿਆਰਥੀ ਦੇਖੇ, ਉਹਦੀ ਮਨਸ਼ਾ ਇਹੀ ਹੁੰਦੀ ਹੈ ਕਿ ਮੈਂ ਵਿਦੇਸ਼ ਜਾਣਾ ਵਾ, ਉੱਥੇ ਜਾ ਕੇ ਪੜ੍ਹਨਾ ਤੇ ਉੱਥੇ ਸੈੱਟ ਹੋਣਾ। ਇਹ ਨਾ ਹੋਵੇ ਕਿ ਬਾਅਦ 'ਚੋਂ ਦਿੱਕਤ ਇਹ ਆਵੇ ਕਿ ਤੁਸੀਂ ਤਾਂ ਇੰਡੀਆ ਦੇ ਵਿੱਚ ਅੱਧੀ ਪੜ੍ਹਾਈ ਕੀਤੀ ਹੈ ਕਿ ਤੁਹਾਨੂੰ ਬਾਅਦ 'ਚ ਕੋਈ ਦਿੱਕਤ ਆ ਸਕਦੀ ਹੈ। ਜਨਵਰੀ 2022 ਦਾ ਇੱਕ ਫਾਸਟ ਟਰੈਕ ਇਨਟੇਕ ਹੋਗਾ ਜਿਹਦੇ ਚ ਸਟੂਡੈਂਟ ਈਅਰ 1 ਇੱਥੇ ਕਰੇਗਾ ਜਾਂ 1 ਸਮੈਸਟਰ। ਉਸ ਤੋਂ ਬਾਅਦ ਉਹ ਜਿਹੜੀ ਟ੍ਰਾਂਸਫਰ ਹੋਏਗੀ ਉਹ ਸੈਪਟੈਂਬਰ 2022 ਚ ਹੀ ਹੋਏਗੀ। ਔਰ ਇੱਕ ਜਿਹੜੀ ਇਹਦੀ ਮੇਨ ਸਪੈਸ਼ਲ ਫੈਕਟਰ ਹੈ ਕਿ ਜਦ ਸਟੂਡੈਂਟ ਇੱਥੇ ਪੜ੍ਹ ਰਿਹਾ ਹੈ ਨਾ, ਉਹਦੀ ਜਿਹੜੀ ਫੀਸ ਸਟਰਕਚਰ ਹੈ ਇਸ ਜਸਟ 1/4 ਰਹਿੰਦੀ ਹੈ ਟੋਟਲ ਕਾਸਟ ਦੇ ਵਿੱਚ। ਇਹ ਬਹੁਤ ਅਹਿਮ ਸਵਾਲ ਹੈ, ਕਿਤੇ ਐਨਾ ਨਾ ਹੋਵੇ ਕਿ ਫੀਸ ਤਾਂ ਉਹ ਕੈਨੇਡੀਅਨ ਸਟੱਡੀ ਦੀ ਪੇ ਕਰਦਾ ਹੋਵੇ ਤੇ ਉਹਨੂੰ ਐਜੂਕੇਸ਼ਨ ਇੰਡੀਆ 'ਚ ਮਿਲ ਰਹੀ ਹੈ, ਤਾਂ ਫਿਰ ਉਹਦਾ ਹੋਰ ਵੀ ਜ਼ਿਆਦਾ ਘਾਟਾ ਹੋ ਸਕਦਾ। ਨਹੀਂ, ਦੇਖੋ ਘਾਟਾ ਨਹੀਂ ਹੈ। ਐਂਡ ਅਬਵ ਦਿਸ ਜਿਹੜੀ ਆਇਲਸ ਦੀ ਰਿਕੁਆਇਰਮੈਂਟ ਹੈ, ਇਨੀਸ਼ੀਅਲੀ ਸਟੂਡੈਂਟ ਨੂੰ ਆਇਲਸ ਨਹੀਂ ਕਰਨ ਦੀ ਲੋੜ ਹੈ। ਸੋ ਵਿਦਆਊਟ ਆਇਲਸ ਸਟੂਡੈਂਟ ਕੈਨ ਗੈਟ 100% ਐਡਮਿਸ਼ਨ। ਪਿਛਲੇ ਬਹੁਤ ਲੰਬੇ ਸਮੇਂ ਤੋਂ ਨਾ ਰਿਫਿਊਜ਼ਲਸ ਬਹੁਤ ਆ ਰਹੇ ਨੇ। ਲੋਕਾਂ ਦੇ ਸਵਾਲ ਇਹੀ ਨੇ ਕਿ ਉਹ ਕੀ ਕਰਨ, ਕਿਉਂਕਿ ਉਹਨਾਂ ਦੀ ਆਇਲਸ ਦਾ ਸਮਾਂ ਵੀ ਖਤਮ ਹੁੰਦਾ ਜਾ ਰਿਹਾ, ਜੋ ਉਹ ਪੈਸਾ ਲਗਾ ਰਹੇ ਨੇ, ਇਨਵੈਸਟ ਕਰ ਰਹੇ ਨੇ, ਉਹ ਵੀ ਉਹਨਾਂ ਦਾ ਪਾਣੀ ਹੁੰਦਾ ਜਾ ਰਿਹਾ, ਤੇ ਹੁਣ ਉਹ ਲੋਕ ਕੀ ਕਰਨ? ਫਿਊ ਇੰਸਟੀਟਿਊਸ਼ਨਸ ਜੋ ਕਿ ਸਪੈਸੀਫਿਕਲੀ ਪ੍ਰਾਈਵੇਟ ਇੰਸਟੀਟਿਊਸ਼ਨਸ ਹੈ ਜੋ 5.5 ਨਾਲ ਵੀ ਇੱਕ ਮੋਡਿਊਲ 'ਚ 5.5 ਨਾਲ ਵੀ ਸਟੂਡੈਂਟ ਨੂੰ ਐਕਸੈਪਟ ਕਰਦੇ ਆ, ਆਫਰ ਲੈਟਰ ਉਹਨਾਂ ਦੀ ਆ ਜਾਂਦੀ ਹੈ। ਬਟ ਜਦੋਂ ਉਹਨਾਂ ਦੀ ਹਾਈ ਕਮਿਸ਼ਨ 'ਚ ਫਾਈਲ ਜਾਂਦੀ ਹੈ, ਉਸ ਟਾਈਮ ਉਹਨਾਂ ਦੀ ਜਿਹੜੀ ਰਿਫਿਊਜ਼ਲ ਲੱਗਦਾ ਹੈ, ਉਹਨਾਂ ਦੀ ਇੰਗਲਿਸ਼ ਰਿਕੁਆਇਰਮੈਂਟ ਤੇ ਉਹਨਾਂ ਦੀ ਲੋ ਅਕੈਡਮਿਕਸ ਦੇ ਉੱਤੇ ਵੀ ਲੱਗ ਜਾਂਦਾ ਹੈ। ਸੋ ਮੇਨ ਪੁਆਇੰਟ ਹੈ, ਜਦ ਵੀ ਸਟੂਡੈਂਟ ਲੈਟਸ ਸਪੋਜ਼ ਉਹਨਾਂ ਦਾ ਜਿਹੜਾ ਆਇਲ ਸਕੋਰ ਲੋ ਹੈ 5.5 ਹੈ, ਤਾਂ ਹਮੇਸ਼ਾ ਉਹ ਇਨਸ਼ੋਰ ਕਰੇ ਕਿ ਕੀ ਉਹਦਾ ਅਕੈਡਮਿਕ ਸਟਰੋਂਗ ਹੈ, then he can get a relaxation in his IELTS bands. Otherwise ਉਹ ਆਪਣੀ IELTS ਨੂੰ ਇੰਪਰੂਵ ਕਰੇ, then ਹੀ ਆਪਣੀ ਫਾਈਲ ਲਾਏ। ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਜਿਹੜਾ ਤੁਸੀਂ ਆਪਣਾ ਆਫਿਸ ਦੱਸਿਆ, ਉਸ ਦੇ ਵਿੱਚ ਕਿੰਨਾ ਖਰਚਾ ਹੈ ਇੱਕ ਸਾਲ ਦੇ ਕੋਰਸ? ਕਈ ਵਿਦਿਆਰਥੀ ਨੇ ਨਾ ਨਵੀਂ ਰਿਫਿਊਜ਼ਲ ਨਾ ਲੱਗ ਜੇ ਇਸ ਦੇ ਡਰ ਤੋਂ ਪੁਰਾਣੀ ਰਿਫਿਊਜ਼ਲ ਬਾਰੇ ਜਾਣਕਾਰੀ ਨਹੀਂ ਦਿੰਦੇ। ਜੇ ਉਹ ਨਹੀਂ ਦਿੰਦੇ, ਬਹੁਤ ਖਤਰਨਾਕ ਹੈ ਜੀ, ਬਿਕਾਜ਼ ਅਗਰ ਉਹ ਨਹੀਂ ਦੇਣਗੇ, ਹਾਈਡ ਕਰਨਗੇ, ਅਲਟੀਮੇਟਲੀ ਲਾਸ ਸਟੂਡੈਂਟ ਦਾ ਹੀ ਹੈ। ਜੇਕਰ ਤੁਸੀਂ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦਾ ਆਪਣਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ ਤਾਂ ਇਹ ਹੁਣ ਤੁਹਾਡਾ ਸੁਪਨਾ ਛੇਤੀ ਪੂਰਾ ਹੋ ਸਕਦਾ ਹੈ। ਹਾਲਾਂਕਿ ਪਿਛਲੇ ਕੁਝ ਸਮੇਂ ਤੋਂ ਨੈਗੇਟਿਵ ਨਿਊਜ਼ ਵੀ ਆ ਰਹੀਆਂ ਸੀ, ਕਈ ਲੋਕਾਂ ਦੇ ਵੀਜ਼ਾ ਨਹੀਂ ਆ ਰਹੇ ਸੀ, ਬਹੁਤ ਜ਼ਿਆਦਾ ਲੰਬਾ ਸਮਾਂ ਲੱਗ ਰਿਹਾ ਸੀ ਵੀਜ਼ਾ ਆਉਣ ਦੇ ਵਿੱਚ, ਜਾਂ ਫਿਰ ਰਿਫਿਊਜ਼ਲ ਕੇਸ ਪਿਛਲੇ 1.5 ਸਾਲ ਤੋਂ ਬਹੁਤ ਜ਼ਿਆਦਾ ਵੱਧ ਗਏ ਸੀ। ਤੁਸੀਂ ਕਿਸ ਤਰੀਕੇ ਦੇ ਨਾਲ ਵਿਦੇਸ਼ ਜਾ ਕੇ ਪੜ੍ਹਾਈ ਕਰ ਸਕਦੇ ਹੋ, ਵੀਜ਼ਾ ਤੁਹਾਡਾ ਕਿਵੇਂ ਆ ਸਕਦਾ ਹੈ, ਇਹਨਾਂ ਸਾਰੇ ਸਵਾਲਾਂ ਦੇ ਜਵਾਬ ਲੈਣ ਦੇ ਲਈ ਅਸੀਂ ਆਏ ਹਾਂ WWICS ਦੇ ਹੈੱਡ ਆਫਿਸ ਦੇ ਵਿੱਚ, ਤੇ ਇਸ ਜੋ ਹੈਡਿੰਗ ਕਰਦੇ ਨੇ ਐਜੂਕੇਸ਼ਨ ਡਿਵੀਜ਼ਨ ਨੂੰ, ਉਹ ਰਵਿੰਦਰਜੀਤ ਕੌਰ ਮੈਡਮ ਸਾਡੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਮੈਮ, ਸਵਾਗਤ ਹੈ ਤੁਹਾਡਾ ਜਗਬਾਣੀ ਟੀਵੀ ਤੇ। ਜੀ, ਸੋ ਥੈਂਕ ਯੂ ਸੋ ਮਚ।
ਸਭ ਤੋਂ ਪਹਿਲਾਂ ਸਾਰੇ ਵਿਊਅਰਸ ਨੂੰ ਮੇਰਾ ਤੇ ਇੰਟਾਇਰ WWICS ਦੀ ਟੀਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਜੇ ਅਸੀਂ ਹਾਂਜੀ ਮੈਂ ਸਵਾਲ ਤੁਹਾਡੇ ਤੋਂ ਇਹੀ ਪੁੱਛਣਾ ਚਾਹੁੰਦਾ ਕਿ ਪਿਛਲੇ ਬਹੁਤ ਲੰਬੇ ਸਮੇਂ ਤੋਂ ਨਾ ਰਿਫਿਊਜ਼ਲਸ ਬਹੁਤ ਆ ਰਹੇ ਨੇ, ਲੋਕਾਂ ਦੇ ਸਵਾਲ ਇਹੀ ਨੇ ਤੇ ਉਹ ਕੀ ਕਰਨ, ਕਿਉਂਕਿ ਉਹਨਾਂ ਦੀ ਆਇਲਸ ਦਾ ਸਮਾਂ ਵੀ ਖਤਮ ਹੁੰਦਾ ਜਾ ਰਿਹਾ, ਜੋ ਉਹ ਪੈਸਾ ਲਗਾ ਰਹੇ ਨੇ, ਇਨਵੈਸਟ ਕਰ ਰਹੇ ਨੇ, ਉਹ ਵੀ ਉਹਨਾਂ ਦਾ ਪਾਣੀ ਹੁੰਦਾ ਜਾ ਰਿਹਾ, ਤੇ ਹੁਣ ਉਹ ਲੋਕ ਕੀ ਕਰਨ। ਕਿ ਜਿਹੜੀ ਸਟੱਡੀ ਵੀਜ਼ਾ ਐਪਲੀਕੇਸ਼ਨ ਦੀ ਜਿਹੜੀ ਰਿਫਿਊਜ਼ਲ ਰੇਟ ਆ, ਇਟਸ ਲਾਈਕ ਵੈਰੀ ਹਾਈ। ਇਹਦੀ ਲਾਰਜ ਨੰਬਰ ਆਫ ਵੀਜ਼ਾ ਐਪਲੀਕੇਸ਼ਨਸ ਰਿਫਿਊਜ਼ ਦੇਖੇ ਜਾ ਰਹੇ ਨੇ, ਔਰ ਜਿਹਦਾ ਰੇਸ਼ੋ ਹੈ ਆਲਮੋਸਟ 60% ਜਿਹੜੀ ਅੱਜ ਤੱਕ ਕਦੀ ਵੀ ਨਹੀਂ ਹੋਇਆ ਜੀ। ਕਿ ਇਨਫੈਕਟ ਜਿਹੜੀ ਸਿਰਫ ਲਾਈਕ ਵੀਜ਼ਾ ਅਪਰੂਵਲ ਰੇਟ ਹੈ ਉਹ ਸਿਰਫ 40% ਰਹਿ ਜਾਣਾ। ਇਹਦਾ ਮੇਨ ਰੀਜ਼ਨ ਕਿਤੇ ਨਾ ਕਿਤੇ ਹੈ ਹਾਈ ਬੈਕਲੌਗ। ਸੋ ਜਿਹੜੀ ਹਾਈ ਕਮਿਸ਼ਨ ਕੋ ਜਿਹੜਾ ਬੈਕਲੌਗ ਹੈ ਉਹ ਕਾਫੀ ਹਾਈ ਹੈ। ਦੈਟਸ ਅ ਰੀਜ਼ਨ ਡਿਸੀਜਨਸ ਨਹੀਂ ਆ ਰਹੇ, ਔਰ ਜਦੋਂ ਡਿਸੀਜਨਸ ਦੇ ਰਹੇ ਆ ਸੋ ਉਹਦੇ 'ਚ ਸਪੈਸੀਫਿਕਲੀ ਇਫ ਆਈ ਟਾਕ ਅਬਾਊਟ ਇੰਡੀਅਨ ਕਮਿਊਨਿਟੀ, ਸੋ ਇੰਡੀਅਨ ਸਟੂਡੈਂਟ ਦੇ ਜਿਹੜੇ ਵੀਜ਼ਾ ਰੇਟਸ ਆ ਉਹ ਇਫੈਕਟ ਹੋ ਰਹੇ ਆ। ਸੋ ਇਹਦੇ ਵਿੱਚ ਜਿਹੜਾ ਮੇਨ ਰੀਜ਼ਨ ਹੈ ਕਿ ਬਿਕਾਜ਼ ਉਹ ਰੈਂਡਮਲੀ ਪਿਕ ਕਰ ਰਹੇ ਆ। ਸੋ ਅਗਰ ਤੁਸੀਂ, ਮੈਂ ਤੁਹਾਨੂੰ ਸਿਰਫ ਥੋੜ੍ਹਾ ਜਿਹਾ ਯਾਦ ਕਰਾਉਣਾ ਚਾਹਾਂਗੀ, ਜੁਲਾਈ 'ਚ ਸਾਨੂੰ ਇੱਕ ਬਲਕ ਰਿਜੈਕਸ਼ਨਸ ਫੇਸ ਕਰਨ ਨੂੰ ਮਿਲੀਆਂ ਸੀ, ਜਿਹਦੇ 'ਚ ਇੱਕ ਦਿਨ 'ਚ ਵੀ 18,000 ਐਪਲੀਕੇਸ਼ਨ ਰਿਫਿਊਜ਼ ਹੋਈਆਂ ਸੀ। ਬਟ ਹੁਣ ਫਿਊ ਮੰਥਸ ਤੋਂ ਅਗੇਨ ਇਹ ਰਿਪੀਟ ਹੋ ਰਿਹਾ। ਬਟ ਇਸ ਟਾਈਮ ਕੀ ਹੈ ਕਿ ਲੋ ਅਕੈਡਮਿਕਸ ਜਾਂ ਲੋ ਪ੍ਰੋਫਾਈਲ ਵਾਲੇ ਸਟੂਡੈਂਟਸ ਹੀ ਨਹੀਂ ਫੇਸ ਕਰ ਰਹੇ। ਇਸ ਟਾਈਮ ਜਿਹੜੀ ਆ ਰਿਜੈਕਸ਼ਨਸ ਹੈ ਉਹ ਗੁੱਡ ਪ੍ਰੋਫਾਈਲਸ, ਇਨਫੈਕਟ ਇਹਦੇ 'ਚ ਜਿਹੜੇ ਹਾਈ ਫਲਾਈਡ ਸਟੂਡੈਂਟਸ ਆ ਉਹ ਕਾਫੀ ਲਾਈਕ ਡਿਜੈਕਟਿਡ ਆ, ਕਿਉਂਕਿ ਉਹਨਾਂ ਦੇ ਵੀ ਪ੍ਰੋਫਾਈਲਸ ਰਿਜੈਕਟ ਹੋ ਰਹੇ ਆ। ਪਰ ਉਹ ਰਿਜੈਕਟ ਹੋ ਗਏ, ਹੁਣ ਉਹ ਕੀ ਕਰਨ? ਕੋਈ ਵਿਦੇਸ਼ ਜਾ ਕੇ ਉਹਨਾਂ ਦੀ ਜਿੱਦ ਵਾ ਕਿ ਅਸੀਂ ਪੜ੍ਹਨਾ ਹੈ, ਆਪਣਾ ਭਵਿੱਖ ਉੱਥੇ ਜਾ ਕੇ ਸਵਾਰਨਾ, ਉਹ ਕੀ ਕਰਨ ਹੁਣ? ਸੋ ਥੈਂਕ ਯੂ ਸੋ ਮਚ। ਇਹ ਵਾਕਈ ਬਹੁਤ ਅੱਛਾ ਕੁਐਸਚਨ ਹੈ, ਔਰ ਮੋਸਟਲੀ ਜਿਹੜੇ ਵੀ ਗਾਰਜੀਅਨ ਐਂਡ ਸਟੂਡੈਂਟਸ ਹੈ ਇਸ ਟਾਈਮ ਉਹ ਬਹੁਤ ਹੀ ਕਿ ਟਰਬਲਸਮ ਹੈ, ਔਰ ਉਹਨਾਂ ਦੀ ਮਾਈਂਡ ਇਹ ਕਿਤੇ ਨਾ ਕਿਤੇ ਕਨਫਿਊਜ਼ ਹੈ ਕੀ ਕਰੀਏ। ਉਹਦੇ ਵਾਸਤੇ ਉਹਦੀ ਪ੍ਰੋਫਾਈਲ ਜਿਹੜੀ ਹੋਣੀ ਹੈ ਸਟਰੋਂਗ ਹੋਣੀ ਚਾਹੀਦੀ ਹੈ, ਉਹਦੇ 'ਚ ਲੋਟ ਆਫ ਇੰਪਰੂਵਮੈਂਟ ਦੀ ਰਿਕੁਆਇਰਮੈਂਟ ਹੈ, ਸੋ ਡੈਟ ਉਹਨੂੰ ਇੱਕ ਲੌਜੀਕਲ ਪ੍ਰੋਗਰੈਸ਼ਨ ਮਿਲ ਸਕੇ। ਫਿਊ ਇੰਸਟੀਟਿਊਸ਼ਨਸ ਜੋ ਕਿ ਸਪੈਸੀਫਿਕਲੀ ਪ੍ਰਾਈਵੇਟ ਇੰਸਟੀਟਿਊਸ਼ਨਸ ਹੈ ਜੋ 5.5 ਨਾਲ ਵੀ ਲਾਈਕ ਇੱਕ ਮੋਡਿਊਲ 'ਚ 5.5 ਨਾਲ ਵੀ ਸਟੂਡੈਂਟ ਨੂੰ ਐਕਸੈਪਟ ਕਰਦੇ ਆ, ਆਫਰ ਲੈਟਰ ਉਹਨਾਂ ਦੀ ਆ ਜਾਂਦੀ ਹੈ। ਬਟ ਜਦੋਂ ਉਹਨਾਂ ਦੀ ਹਾਈ ਕਮਿਸ਼ਨ 'ਚ ਫਾਈਲ ਜਾਂਦੀ ਹੈ ਉਸ ਟਾਈਮ ਉਹਨਾਂ ਦੀ ਜਿਹੜੀ ਰਿਫਿਊਜ਼ਲ ਲੱਗਦਾ ਹੈ ਉਹਨਾਂ ਦੀ ਇੰਗਲਿਸ਼ ਰਿਕੁਆਇਰਮੈਂਟ ਤੇ ਉਹਨਾਂ ਦੀ ਲੋ ਅਕੈਡਮਿਕਸ ਦੇ ਉੱਤੇ ਵੀ ਲੱਗ ਜਾਂਦਾ ਹੈ। ਸੋ ਮੇਨ ਪੁਆਇੰਟ ਹੈ ਜਦ ਵੀ ਸਟੂਡੈਂਟ ਲੈਟਸ ਸਪੋਜ਼ ਉਹਨਾਂ ਦਾ ਜਿਹੜਾ ਆਇਲ ਸਕੋਰ ਲੋ ਹੈ 5.5 ਹੈ, ਤਾਂ ਹਮੇਸ਼ਾ ਉਹ ਇਨਸ਼ੋਰ ਕਰੇ ਕਿ ਕੀ ਉਹਦਾ ਅਕੈਡਮਿਕ ਸਟਰੋਂਗ ਹੈ, then he can get a relaxation in his IELTS bands. ਅਦਰਵਾਈਜ਼ ਉਹ ਆਪਣੀ ਆਇਲਸ ਨੂੰ ਇੰਪਰੂਵ ਕਰੇ, ਦੈਨ ਹੀ ਆਪਣੀ ਫਾਈਲ ਲਾਏ। ਪਰ ਮੈਂ ਰਿਫਿਊਜ਼ਲ ਆ ਗਈ, ਠੀਕ ਹੈ, ਉਹਨਾਂ ਨੇ ਥੋੜਾ ਸਮਾਂ ਹੋਰ ਲੈ ਲਿਆ ਕੁਝ ਸੋਚਣ ਵਾਸਤੇ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਫਾਈਲ ਲਗਾਵਾਂਗੇ, ਕਿਸੇ ਕਾਰਨਵਸ਼ ਹਲੇ ਤੱਕ ਉਹਨਾਂ ਨੇ ਨਹੀਂ ਲਗਾਈ। ਪਰ ਹੁਣ ਜੋ ਸਮਾਚਾਰ ਮਿਲ ਰਹੇ ਨੇ ਉਸ ਦੇ ਮੁਤਾਬਕ ਕਿ ਜਨਵਰੀ ਇਨਟੇਕ ਦੇ ਲਈ ਜਾਂ ਮਈ ਇਨਟੇਕ ਦੇ ਲਈ ਵੀ ਸੀਟਾਂ ਆਲਮੋਸਟ ਫੁੱਲ ਹੋ ਚੁੱਕੀਆਂ ਨੇ, ਫਿਰ ਉਹ ਕੀ ਕਰਨ ਵਿਦਿਆਰਥੀ ਹੁਣ? ਇਸ ਟਾਈਮ ਤੇ ਜਿਹੜਾ ਵੀ ਸਟੂਡੈਂਟ ਡਿਜੈਕਸ਼ਨ ਫੀਲ ਕਰ ਰਿਹਾ ਨਾ, ਮੈਂ ਉਹਨਾਂ ਵਾਸਤੇ ਇੱਕ ਬਹੁਤ ਹੀ ਗੋਲਡਨ ਚਾਂਸ ਜਿਹੜੇ WWICS ਲਾਈਕ ਅਸੀਂ ਉਹਨਾਂ ਵਾਸਤੇ ਲੈ ਕੇ ਆਏ ਹਾਂ ਕਿ ਡੋਂਟ ਫੀਲ ਡਿਜੈਕਟਡ। ਇੱਕ ਬਹੁਤ ਹੀ ਵੰਡਰਫੁਲ ਐਂਡ ਯੂਨੀਕ ਮਾਡਲ ਹੈ ਜਿਹਨੂੰ ਕਹਿ ਸਕਦੇ ਇੰਟਰਨੈਸ਼ਨਲ ਪਾਥਵੇ ਪ੍ਰੋਗਰਾਮ, ਜਿਹਦੇ ਤਹਿਤ ਸਟੂਡੈਂਟ ਅੱਜ ਹੀ ਆਪਣੀ ਕੈਨੇਡੀਅਨ ਐਜੂਕੇਸ਼ਨ ਬਿਗਨ ਕਰ ਸਕਦਾ ਹੈ ਵਿਦਾਊਟ ਡਿਫਰੈਂਟ। ਸੋ ਇਨਫੈਕਟ ਅੱਜ ਹੀ ਉਹ ਜਨਵਰੀ 2022 ਇਨਟੇਕ 'ਚ, ਦੇਖਿए ਅੱਜ ਦਸੰਬਰ ਹੈ ਬਟ ਸਟਿਲ ਮੈਂ ਉਹਨਾਂ ਨੂੰ ਇੰਨੀ ਕੌਨਫੀਡੈਂਟਲੀ ਮੈਂ ਇਸ ਕੈਮਰਾ ਦੇ ਅੱਗੇ ਕਹਿ ਰਹੀ ਹਾਂ ਕਿ ਜਨਵਰੀ 2022 'ਚ ਸਟੂਡੈਂਟ ਆਪਣੀ ਫਾਈਲ ਸਟਾਰਟ ਕਰ ਸਕਦਾ ਹੈ ਐਂਡ ਆਪਣੀ ਸਟੱਡੀ ਸਟਾਰਟ ਕਰ ਸਕਦਾ ਹੈ। ਹੁਣ ਉਹ ਕਿਵੇਂ ਕਰ ਸਕਦਾ ਹੈ? ਇੱਕ ਬਹੁਤ ਹੀ ਯੂਨੀਕ ਮਾਡਲ ਹੈ ਜਿਹਨੂੰ ਕਹਿੰਦੇ ਆ ਕੈਨੇਡੀਅਨ ਪਾਥਵੇ ਪ੍ਰੋਗਰਾਮ, ਐਂਡ ਇਹ ਜਿਹੜਾ ਰਨ ਕਰਦਾ ਹੈ ਲਾਰਜੈਸਟ ਇੰਟਰਨੈਸ਼ਨਲ ਕੈਂਪਸ ਜੋ ਕਿ ਇੰਡੀਆ ਦਾ ਹੈ, ਔਰ ਇਹ ਲੋਕੇਟ ਕਰਦਾ ਹੈ ਫਤਿਹਗੜ੍ਹ ਸਾਹਿਬ ਸਰਹੰਦ ਪੰਜਾਬ ਦੇ ਵਿੱਚ। ਇੰਸਟੀਟਿਊਸ਼ਨ ਦਾ ਨਾਮ ਹੈ ਜੀ ਕੰਟੀਨੈਂਟਲ ਇੰਸਟੀਚਿਊਟ ਫਾਰ ਇੰਟਰਨੈਸ਼ਨਲ ਸਟੱਡੀਜ਼। ਯਾਨੀ ਕਿ ਕੋਈ ਵਿਦਿਆਰਥੀ ਵਿਦੇਸ਼ ਜਾ ਕੇ ਪੜ੍ਹਨਾ ਚਾਹੁੰਦਾ, ਉਹਨੂੰ ਇਹ ਦੇਖਣ ਦੀ ਲੋੜ ਨਹੀਂ ਹੈ ਕਿ ਕੈਨੇਡਾ ਦੇ ਵਿੱਚ ਸੀਟ ਹੈ ਜਾਂ ਨਹੀਂ ਹੈ, ਉਹਦੀ ਸੀਟ ਤੁਸੀਂ ਇੱਥੇ ਹੀ ਬੁੱਕ ਕਰੋਗੇ, ਕੁਝ ਮਹੀਨੇ ਇੱਥੇ ਪੜ੍ਹਾਓਗੇ ਤੇ ਬਾਅਦ ਵਿੱਚ ਉਹ ਵਿਦੇਸ਼ ਜਾ ਕੇ ਪੜ੍ਹ ਸਕਦਾ। ਬਿਲਕੁਲ, ਐਬਸੋਲਿਊਟਲੀ। ਦੇਖੋ ਜੀ, ਜਿਹੜੇ ਜਦ ਵੀ ਅਸੀਂ ਸਟੂਡੈਂਟ ਵੀਜ਼ਾ ਦੀ ਗੱਲ ਕਰੀਏ ਨਾ, ਦੇਅਰ ਆਰ ਆਲਵੇਜ਼ ਟੂ ਵੇਜ਼ in which student can apply. ਇੱਕ ਹੁੰਦਾ ਡਾਇਰੈਕਟ, ਦੂਸਰਾ ਹੁੰਦਾ ਪਾਥਵੇਜ਼। ਪਾਥਵੇ ਮੀਨਸ ਸਟੂਡੈਂਟ ਦਾ ਉਹ day one the student going to be a bona fide student of particular institution of Canada. ਸੋ ਜਿਹੜਾ CS ਹੈ ਇਹਦੀ ਪਾਰਟਨਰਸ਼ਿਪ ਹੈ, ਇੰਟਰਨੈਸ਼ਨਲ ਪਾਰਟਨਰਸ਼ਿਪ ਹੈ ਟੌਪ ਨੌਚ ਇੰਸਟੀਟਿਊਸ਼ਨਸ ਆਫ ਕੈਨੇਡਾ ਦੇ ਨਾਲ। ਜਿਹਦੇ ਮੈਂ ਗੱਲ ਕਰਾਂ, ਨਾਮ ਹੈ ਜੀ ਥੋਮਸਨ ਰਿਵਰ ਯੂਨੀਵਰਸਿਟੀ ਜੋ ਕਿ BC 'ਚ ਆ, ਕੋਨਸਟੋਗਾ ਕਾਲਜ ਜੋ ਖੁਦ 'ਚ ਇੱਕ ਬਹੁਤ ਰਿਨਾਊਂਡ ਇੰਸਟੀਟਿਊਸ਼ਨ ਹੈ, ਰੈਡ ਰਿਵਰ ਕਾਲਜ ਵਿਨੀਪੈਗ 'ਚ, ਐਂਡ ਦੈਨ ਟ੍ਰਿਬਾਸ ਇੰਸਟੀਟਿਊਸ਼ਨ ਹੈ ਉਹ ਕਿਊਬੈਕ 'ਚ, ਐਂਡ UCW ਯੂਨੀਵਰਸਿਟੀ ਕੈਨੇਡਾ ਵੈਸਟ। ਕਿੰਨੇ ਸਾਲ ਦਾ ਜਿਹੜਾ ਕੋਰਸ ਹੈ, ਕਿੰਨਾ ਸਮਾਂ ਉਹਨੂੰ ਇੰਡੀਆ 'ਚ ਰਹਿ ਕੇ ਪੂਰਾ ਕਰਨਾ ਪਊਗਾ ਤੇ ਕਿੰਨਾ ਸਮਾਂ ਉਹ ਕੈਨੇਡਾ ਦੇ ਵਿੱਚ ਜਾ ਕੇ ਪੂਰਾ ਕਰ ਸਕਦਾ? ਕਿਉਂਕਿ ਐਟ ਦੀ ਐਂਡ ਅਗਰ ਕਿਸੇ ਵਿਦਿਆਰਥੀ ਦੇਖੇ ਉਹਦੀ ਮਨਸ਼ਾ ਇਹੀ ਹੁੰਦੀ ਹੈ
ਕਿ ਮੈਂ ਵਿਦੇਸ਼ ਜਾਣਾ ਵਾ, ਉੱਥੇ ਜਾ ਕੇ ਪੜ੍ਹਨਾ ਤੇ ਉੱਥੇ ਸੈੱਟ ਹੋਣਾ। ਇਹ ਨਾ ਹੋਵੇ ਕਿ ਬਾਅਦ ਚੋਂ ਦਿੱਕਤ ਇਹ ਆਵੇ ਕਿ ਤੁਸੀਂ ਤਾਂ ਇੰਡੀਆ ਦੇ ਵਿੱਚ ਅੱਧੀ ਪੜ੍ਹਾਈ ਕੀਤੀ ਹੈ ਕਿ ਤੁਹਾਨੂੰ ਬਾਅਦ 'ਚ ਕੋਈ ਦਿੱਕਤ ਆ ਸਕਦੀ ਹੈ। ਦੇਖिए जी, ਜਿੱਦਾਂ ਮੈਂ ਹੁਣੇ ਗੱਲ ਕੀਤੀ, ਇਹ ਬਹੁਤ ਹੀ ਯੂਨੀਕ ਪਾਰਟਨਰਸ਼ਿਪ ਹੈ, ਰਾਈਟ। ਤਾਂ ਸਭ ਤੋਂ ਪਹਿਲਾਂ ਸਾਨੂੰ ਇਹ ਚੀਜ਼ ਜਾਣਨ ਦੀ ਲੋੜ ਹੈ ਕਿ ਕੀ ਆ ਹੁਣ ਇਹ ਪੈਂਡੇਮਿਕ ਦੇ ਕਾਰਨ ਇਹ ਨਿਊ ਆਪਸ਼ਨ ਰਾਈਜ਼ ਹੋਈ ਹੈ? ਨਹੀਂ, ਇਹ ਆਲਰੇਡੀ 20 ਇਅਰਸ ਹੋ ਚੁੱਕੇ ਹੈ। 5000 ਸਟੂਡੈਂਟ ਸਕਸੈਸਫੁਲੀ ਟ੍ਰਾਂਸਫਰ ਲੈ ਚੁੱਕਿਆ ਇਸ ਮਾਡਲ ਦੇ ਥਰੂ। ਸੋ ਜਦ ਵੀ ਸਟੂਡੈਂਟ ਇੱਥੇ ਪੜ੍ਹਾਈ ਸਟਾਰਟ ਕਰਦਾ ਹੈ, ਤੁਸੀਂ ਦੇਖੋ ਇਹ ਅਸੀਂ ਫਸਟ ਟਾਈਮ ਇਹ ਜਨਵਰੀ ਵੀ ਲਾਂਚ ਕਰ ਰਹੇ ਹਾਂ। ਅਦਰਵਾਈਜ਼ ਜਨਵਰੀ 'ਚ ਇੱਕ ਸਟੂਡੈਂਟ ਸਟਾਰਟ ਕਰਦਾ, ਜਿਵੇਂ ਇੱਕ ਲਾਸਟ ਸੈਸ਼ਨ ਸੀ ਜਨਵਰੀ 2021 ਵਾਲਾ, ਉਹ ਸਟੂਡੈਂਟ ਟ੍ਰਾਂਸਫਰ ਲੈ ਰਿਹਾ ਸੈਪਟੈਂਬਰ 2022 'ਚ। ਸੋ ਇਹ ਜਨਵਰੀ 2022 ਦਾ ਇਹ ਫਾਸਟ ਟਰੈਕ ਇਨਟੇਕ ਹੋਗਾ, ਜਿਹਦੇ 'ਚ ਸਟੂਡੈਂਟ ਈਅਰ 1 ਇੱਥੇ ਕਰੇਗਾ ਜਾਂ 1 ਸਮੈਸਟਰ। ਉਸ ਤੋਂ ਬਾਅਦ ਉਹ ਜਿਹੜੀ ਟ੍ਰਾਂਸਫਰ ਹੋਏਗੀ ਉਹ ਸੈਪਟੈਂਬਰ 2022 'ਚ ਹੀ ਹੋਏਗੀ। ਯਾਨੀ ਕਿ ਅਗਰ 2 ਸਾਲ ਦਾ ਕੋਰਸ ਹੈ ਤਾਂ ਜਾਂ ਤਾਂ ਉਹਨੂੰ 6 ਮਹੀਨੇ ਇੱਥੇ ਲਗਾਉਣੇ ਪੈਣਗੇ ਜਾਂ ਜ਼ਿਆਦਾ ਤੋਂ ਜ਼ਿਆਦਾ 1 ਸਾਲ ਲਗਾਉਣਾ ਪਊਗਾ। ਸੋ ਉਹ ਨੈਕਸਟ ਈਅਰ ਜਿਹੜੀ ਟ੍ਰਾਂਸਫਰ ਲਏਗਾ ਉਹ ਕੈਨੇਡਾ 'ਚ। ਔਰ ਇੱਕ ਜਿਹੜੀ ਇਹਦੀ ਮੇਨ ਸਪੈਸ਼ਲ ਫੈਕਟਰ ਹੈ ਕਿ ਜਦ ਸਟੂਡੈਂਟ ਇੱਥੇ ਪੜ੍ਹ ਰਿਹਾ ਨਾ, ਉਹਦੀ ਜਿਹੜੀ ਫੀਸ ਸਟਰਕਚਰ ਹੈ ਇਸ ਜਸਟ 1/4 ਰਹਿੰਦੀ ਹੈ ਟੋਟਲ ਕਾਸਟ ਦੇ ਵਿੱਚ। ਬਿਲਕੁਲ, ਇਹ ਬਹੁਤ ਅਹਿਮ ਸਵਾਲ ਹੈ। ਕਿਤੇ ਐਂ ਨਾ ਹੋਵੇ ਕਿ ਫੀਸ ਤਾਂ ਉਹ ਕੈਨੇਡੀਅਨ ਸਟੱਡੀ ਦੀ ਪੇ ਕਰਦਾ ਹੋਵੇ ਤੇ ਉਹਨੂੰ ਐਜੂਕੇਸ਼ਨ ਇੰਡੀਆ 'ਚ ਮਿਲ ਰਹੀ ਹੈ, ਤਾਂ ਫਿਰ ਉਹਦਾ ਹੋਰ ਵੀ ਜ਼ਿਆਦਾ ਘਾਟਾ ਹੋ ਸਕਦਾ। ਨਹੀਂ, ਦੇਖੋ ਘਾਟਾ ਨਹੀਂ ਹੈ। ਜਦ ਅਸੀਂ ਗੱਲ ਕਰੀਏ ਨਾ ਕੈਨੇਡੀਅਨ ਐਜੂਕੇਸ਼ਨ ਦੀ, ਇਹ ਮਾਡਲ ਹੈ। ਸੋ ਕੈਨੇਡੀਅਨ ਜਿਹੜੇ ਕਾਲਜਸ ਹੈ ਉਹਨਾਂ ਦੇ ਫਿਊ ਪ੍ਰੋਗਰਾਮਸ ਹੈ ਇੰਡੀਆ 'ਚ ਰਨ ਹੋ ਰਹੇ ਆ। ਸੋ ਇਹ ਮਾਡਲ ਦੇ ਤਹਿਤ ਕੀ ਹੈ, ਲੈਟਸ ਸਪੋਜ਼ ਇੱਥੇ ਜਿਹੜੇ ਟਾਈਪਸ ਆਫ ਪ੍ਰੋਗਰਾਮਸ ਹੈ, ਡਿਪਲੋਮਾ, ਐਡਵਾਂਸ ਡਿਪਲੋਮਾ, ਡਿਗਰੀ ਐਂਡ ਅ ਮਾਸਟਰ ਡਿਗਰੀ ਐਜ਼ ਵੈਲ। ਸੋ ਇਸ ਪ੍ਰੋਗਰਾਮ ਦਾ ਕਿਵੇਂ ਹੈ, ਕਿਉਂਕਿ ਇਹ ਉਹਨਾਂ ਇੰਸਟੀਟਿਊਸ਼ਨ ਦਾ ਇੱਕ ਐਕਸਟੈਂਸ਼ਨ ਕੈਂਪਸ ਹੈ। ਸੋ ਜਿਹੜਾ ਸਟੂਡੈਂਟ 1 ਸਮੈਸਟਰ ਜਾਂ ਈਅਰ 1 ਲਾ ਰਿਹਾ ਹੈ, ਉਹਦੀ ਜਿਹੜੀ ਫੀਸ ਆ ਉਹਨੂੰ ਸਿਰਫ ਫਸਟ ਈਅਰ ਰਿਲੈਕਸੇਸ਼ਨ ਹੈ। ਐਂਡ ਅਬਵ ਦਿਸ ਜਿਹੜੀ ਆਇਲਸ ਦੀ ਰਿਕੁਆਇਰਮੈਂਟ ਹੈ, ਇਨੀਸ਼ੀਅਲੀ ਸਟੂਡੈਂਟ ਨੂੰ ਆਇਲਸ ਨਹੀਂ ਕਰਨ ਦੀ ਲੋੜ ਹੈ। ਸੋ ਵਿਦਆਊਟ ਆਇਲਸ ਸਟੂਡੈਂਟ ਕੈਨ ਗੈਟ 100% ਐਡਮਿਸ਼ਨ। ਯਾਨੀ ਕਿ ਪੰਜਾਬੀਆਂ ਨੂੰ ਜਿਹੜਾ ਸਭ ਤੋਂ ਵੱਡਾ ਡਰ ਹੁੰਦਾ ਅੰਗਰੇਜ਼ੀ ਦਾ, ਯਾਨੀ ਕਿ ਬਿਨਾਂ ਆਇਲਸ ਤੋਂ 1 ਸਾਲ ਇੱਥੇ ਪੜ੍ਹ ਕੇ ਫਿਰ ਵਿਦਆਊਟ ਆਇਲਸ ਕੀਤੇ ਉਹ ਵਿਦੇਸ਼ ਜਾ ਕੇ ਪੜ੍ਹ ਸਕਦੇ ਆ। ਐਗਜ਼ੈਕਟਲੀ। ਇਨਫੈਕਟ ਜਿਹੜੀ ਇੰਗਲਿਸ਼ ਰਿਕੁਆਇਰਮੈਂਟ ਦੀ ਜਿਹੜੀ ਉਹਨਾਂ ਦੀ ਆਇਲਸ ਦੀ ਰਿਕੁਆਇਰਮੈਂਟ ਹੈ, ਉਹ ਉਹਨੂੰ ਵਾਈਲ ਸਟੱਡਿੰਗ ਇੰਡੀਆ ਦੇ ਵਿੱਚ ਵੀ ਫੁੱਲਫਿਲ ਕਰਾਈ ਜਾਂਦੀ ਹੈ। ਯੈਸ ਮੈਮ, ਇਹ ਅਗਰ ਇਸ ਦੇ ਉੱਤੇ ਦੇਖੀਏ ਤਾਂ ਖਰਚਾ ਇਸ ਦੇ ਵਿੱਚ ਕਿੰਨਾ ਆ ਜਾਊਗਾ? ਕਿਉਂਕਿ ਅਗਰ ਵਿਦੇਸ਼ ਜਾ ਕੇ ਸਾਰੀ ਪੜ੍ਹਾਈ ਕਰਨੀ ਪੈਂਦੀ ਹੈ ਤਾਂ ਉਹ 5-7 ਲੱਖ ਤੋਂ ਸ਼ੁਰੂ ਹੋ ਕੇ ਹੋਰ ਜ਼ਿਆਦਾ ਕੋਈ ਅੰਤ ਹੀ ਨਹੀਂ, ਕਾਫੀ ਜ਼ਿਆਦਾ ਹੋ ਜਾਂਦੀ ਹੈ। ਅਗਰ ਇਹ ਪ੍ਰੋਗਰਾਮ ਸਪੈਸ਼ਲ ਤੁਹਾਡਾ ਲੈਂਦੇ ਨੇ ਤਾਂ ਉਹਨਾਂ ਦਾ ਖਰਚਾ ਕਿੰਨਾ ਕਾ ਸਕਦਾ? ਅਗਰ ਡਿਗਰੀ ਔਰ ਡਿਪਲੋਮੇ ਦੀ ਗੱਲ ਕਰੀਏ ਜੀ, ਜੇ ਮੇਨ ਬੈਨੀਫਿਟ ਦੀ ਗੱਲ ਕਰੀਏ ਨਾ, ਤਾਂ ਇਹਦਾ ਮੇਨ ਅਟਰੈਕਸ਼ਨ ਹੀ ਹੈ ਕਿ ਇੱਥੇ ਕਾਸਟ ਇਫੈਕਟਿਵ ਹੈ। ਸਟੂਡੈਂਟ ਸੇਵ ਕਰ ਰਿਹਾ ਆਲਮੋਸਟ 60%। ਲੈਟਸ ਸਪੋਜ਼ ਅਸੀਂ ਡਾਇਰੈਕਟ ਦੀ ਗੱਲ ਕਰੀਏ ਤਾਂ 1 ਸਾਲ ਦਾ ਸਟੂਡੈਂਟ ਦਾ ਖਰਚਾ ਕਿੰਨਾ ਆਉਂਦਾ ਹੈ? ਇਟਸ ਅਪਰੋਕਸੀਮੇਟਲੀ, ਮੈਂ ਟਿਊਸ਼ਨ ਫੀਸ ਤੇ ਲਿਵਿੰਗ ਐਕਸਪੈਂਸਿਸ ਨੂੰ ਮਿਲਾ ਲਾਂ ਤਾਂ ਇਟਸ ਅਪਰੋਕਸੀਮੇਟਲੀ 12 ਲੱਖ ਤੋਂ 15 ਲੱਖ। ਸੇਮ ਸਟੱਡੀਜ਼ ਸਟੂਡੈਂਟ ਅਗਰ ਪਾਥਵੇ ਦੇ ਤਹਿਤ ਕਰ ਰਿਹਾ ਹੈ ਤਾਂ ਉਹਦਾ ਉਹ ਜਿਹੜਾ ਖਰਚਾ ਉਹ 4 ਤੋਂ 4.5 ਲੱਖ ਰਹਿ ਜਾਣਾ। ਇਹ 1 ਸਾਲ ਦਾ, ਪਹਿਲੇ ਸਾਲ? ਹਾਂਜੀ, ਆਲਮੋਸਟ ਸਟੂਡੈਂਟ ਗੋਇੰਗ ਟੂ ਸੇਵ 10 lakhs। ਸੋ ਇਟ ਇਜ਼ ਵੈਰੀ ਵੈਰੀ ਲਾਈਕ ਲਾਈਕ ਇੰਪੋਰਟੈਂਟ ਹੈ ਔਰ ਸਟੂਡੈਂਟ ਵਾਸਤੇ ਕਾਫੀ ਬੈਨੀਫੀਸ਼ੀਅਲ ਹੈ। ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਜਿਹੜਾ ਤੁਸੀਂ ਆਪਣਾ ਆਫਿਸ ਦੱਸਿਆ, ਉਹਦੇ ਵਿੱਚ ਕਿੰਨਾ ਖਰਚਾ ਹੈ 1 ਸਾਲ ਦੇ ਕੋਰਸ ਦਾ? 1 ਸਾਲ ਦਾ ਕੋਰਸ ਮੈਂ ਤੁਹਾਨੂੰ ਦੇਖਿਆ, ਜਿਵੇਂ ਅਸੀਂ ਡਾਇਰੈਕਟ ਦੀ ਗੱਲ ਕਰ ਰਹੇ ਹਾਂ, ਮੈਕਸਿਮਮ ਕਿੰਨੇ ਹੈਗੇ ਜੀ ਮਿਨੀਮਮ ਅਗਰ ਪ੍ਰੋਗਰਾਮ ਦੀ ਗੱਲ ਕਰੀਏ ਤਾਂ ਇਟਸ ਅਰਾਊਂਡ 3.5 3.5 ਲੱਖ ਤੋਂ ਲੈ ਕੇ ਇਹ 4.5 ਲੱਖ ਦੇ ਵਿੱਚ ਪੂਰਾ 1 ਸਾਲ ਦਾ ਖਰਚਾ ਪੈਂਦਾ ਹੈ। WWICS ਇਸ ਚੀਜ਼ ਦੀ ਅਸ਼ੋਰਟੀ ਲੈਂਦੀ ਹੈ ਕਿ ਵਿਦੇਸ਼ ਭੇਜਣਗੇ ਵਿਦਿਆਰਥੀ ਨੂੰ ਇੱਥੇ ਪੜ੍ਹਾ ਕੇ, ਕਿਉਂਕਿ ਇੱਕ ਕਾਫੀ ਵੱਡੀ ਅਮਾਊਂਟ ਉਹਨਾਂ ਨੇ ਇੱਕ ਇੱਥੇ ਸੌਂਪਣੀ ਹੈ। ਸੀ ਜਿਹੜੀ ਅਗਰ ਤੁਸੀਂ ਇਹ ਬਹੁਤ ਹੀ ਭਾਰੀ ਭਰਕਮ ਵਰਡ ਯੂਜ਼ ਕੀਤਾ ਹੈ ਐਸ਼ੋਰਿਟੀ। ਸੋ ਐਸ਼ੋਰਿਟੀ ਨਹੀਂ, ਬਟ ਮੈਂ ਆ ਗੱਲ ਕਰ ਸਕਦੀ ਪ੍ਰੋਬੇਬਿਲਿਟੀ। ਵੈਨਐਵਰ ਵੀ ਟਾਕ ਅਬਾਊਟ ਅ ਵੀਜ਼ਾਸ ਵੀ ਆਲਵੇਜ਼ ਟਾਕ ਇਨ ਅ ਪ੍ਰੋਬੇਬਿਲਿਟੀਜ਼, ਰਾਈਟ। ਸੋ ਪ੍ਰੋਬੇਬਿਲਿਟੀ ਅਗਰ ਤੁਸੀਂ ਸਟੂਡੈਂਟ ਨੇ ਪਾਥਵੇ ਮਾਡਲ ਦੇ ਥਰੂ ਅਪਲਾਈ ਕਰ ਰਹੇ, ਡੈਫੀਨੇਟਲੀ ਤੁਹਾਡੀ ਜਿਹੜੀ ਸਕਸੈਸ ਹੈ ਰੇਟ ਹੈ ਉਹ ਕਾਫੀ ਹਾਈ ਹੋਣ ਵਾਲੀ। ਇਟਸ ਕਲੋਜ਼ ਟੂ 100% ਜੇ ਮੈਂ ਗੱਲ ਕਰ ਰਹੀ ਹਾਂ, ਸੋ ਡੈਫੀਨੇਟਲੀ ਹਾਇਰ ਹੈ, ਮੈਨੂੰ ਕੁਝ ਕਹਿਣ ਦੀ ਲੋੜ ਹੀ ਨਹੀਂ। ਐਂਡ ਇਹਦਾ ਪ੍ਰੂਵਨ ਟਰੈਕ ਰਿਕਾਰਡ ਹੈ 20 ਸਾਲਾਂ ਦਾ, ਜਿਹੜਾ 5000 ਸਟੂਡੈਂਟ ਟ੍ਰਾਂਸਫਰ ਲੈ ਚੁੱਕਿਆ। ਇਹ ਨਵਾਂ ਇੰਸਟੀਟਿਊਸ਼ਨ ਨਹੀਂ ਹੈ ਕਿ ਪੈਂਡੈਮਿਕ ਦੇ ਕਾਰਨ ਹੀ ਅਸੀਂ ਇੰਟਰੋਡਿਊਸ ਕੀਤਾ ਹੈ, ਬਟ ਯੈਸ ਇਟਸ ਅ ਨੀਡ ਆਫ ਦਾ ਆਰ। ਉਹਨਾਂ ਨੂੰ ਕਈ ਵਿਦਿਆਰਥੀ ਨੇ ਨਾ ਨਵੀਂ ਰਿਫਿਊਜ਼ਲ ਨਾ ਲੱਗ ਜੇ ਇਸ ਦੇ ਡਰ ਤੋਂ ਪੁਰਾਣੀ ਰਿਫਿਊਜ਼ਲ ਬਾਰੇ ਜਾਣਕਾਰੀ ਨਹੀਂ ਦਿੰਦੇ। ਜੇ ਉਹ ਨਹੀਂ ਦਿੰਦੇ, ਕਿੰਨਾ ਖਤਰਨਾਕ ਹੈ? ਬਹੁਤ ਖਤਰਨਾਕ ਹੈ ਜੀ, ਬਿਕਾਜ਼ ਅਗਰ ਉਹ ਨਹੀਂ ਦੇਣਗੇ, ਹਾਈਡ ਕਰਨਗੇ, ਅਲਟੀਮੇਟਲੀ ਲਾਸ ਸਟੂਡੈਂਟ ਦਾ ਹੀ ਹੈ, ਬਿਕਾਜ਼ ਉਹ ਇਟ ਮੇ ਲੀਡ ਟੂ ਬੈਨ ਐਜ਼ ਵੈਲ। ਅਗਰ ਉਹ ਹਾਈਡ ਕਰਨਾ, ਇਟ ਮੀਨਸ ਟੋਟਲੀ ਉਹ ਆਪਣੀ ਪ੍ਰੋਫਾਈਲ ਨੂੰ ਜਿਓਪਰਟਾਈਜ਼ ਕਰ ਰਿਹਾ। ਰਿਫਿਊਜ਼ਲ ਦਾ ਕੋਈ ਨਵੀਂ ਫਾਈਲ ਦੇ ਉੱਤੇ ਅਸਰ ਤਾਂ ਨਹੀਂ ਪੈਂਦਾ ਕਿ ਤੁਹਾਡੀ ਤਾਂ ਪਹਿਲਾਂ 2 ਲੱਗੀਆਂ ਨੇ ਤੇ ਨੈਗੇਟਿਵ ਮਾਰਕਿੰਗ ਹੋਊਗੀ, ਇਹਦਾ ਅਸਰ ਪਊਗਾ? ਦੇਖੋ ਜੀ, ਪਹਿਲੀ ਗੱਲ ਮੈਂ ਇਹ ਕਹਾਂ ਕਿ ਜਿਹੜੀ ਰਿਫਿਊਜ਼ਲ ਹੈ ਇਟਸ ਨਾਟ ਅ ਕ੍ਰਾਈਮ। ਉਹ ਸਿਰਫ ਇੱਕ ਵੀਜ਼ਾ ਆਫਿਸਰ ਨੇ ਦੇਖਿਆ, ਉਹਨੇ ਉਹ ਸੈਟੀਸਫਾਈ ਨਹੀਂ ਹੋਇਆ ਤੁਹਾਡੀ ਡਾਕੂਮੈਂਟੇਸ਼ਨ ਤੇ ਤੁਹਾਡੀ ਇੰਟੈਂਸ਼ਨ ਦੇ ਨਾਲ, ਰਾਈਟ। ਹੁਣ ਜਦੋਂ ਸੈਕਿੰਡ ਟਾਈਮ ਜਦੋਂ ਉਹਨੇ ਫਾਈਲ ਪੁੱਟ ਅਪ ਕੀਤੀ ਹੈ, ਤੁਸੀਂ ਇਹ ਦੇਖੋ ਕਈ ਸਟੂਡੈਂਟ ਹੈ
ਪੰਜਵੀਂ ਵਾਰੀ ਉਹ ਵੀਜ਼ਾ ਲੈ ਰਹੇ ਹੁੰਦੇ ਆ। ਕੀ ਚੇਂਜ ਹੋਇਆ? ਇੱਕ ਵੀਜ਼ਾ ਆਫੀਸਰ ਔਰ ਉਹਨਾਂ ਦੀ ਫਾਈਲ 'ਚ ਕੁਝ ਇੰਪਰੂਵਮੈਂਟ ਹੋਏਗੀ, ਲੌਜੀਕਲ ਪ੍ਰੋਗਰੈਸ਼ਨ ਨਜ਼ਰ ਆਏ। ਸੋ ਜਿਹੜਾ ਸਟੂਡੈਂਟ ਅਗਰ ਡਾਇਰੈਕਟ 'ਚ ਉਹਦਾ ਰਿਫਿਊਜ਼ਲ ਵੀ ਹੋ ਗਿਆ, ਅਗਰ ਉਹਨੇ ਪਾਥਵੇ 'ਚ ਐਡਮਿਸ਼ਨ ਅਪਲਾਈ ਕੀਤਾ ਤਾਂ ਉਹਨੂੰ ਇੱਕ ਗੁੱਡ ਲੌਜੀਕਲ ਪ੍ਰੋਗਰੈਸ਼ਨ ਉਹਦੀ ਫਾਈਲ 'ਚ ਮਿਲਿਆ, ਤਦ ਕਾਰਨ ਉਹਦਾ ਵੀਜ਼ਾ ਲੱਗਣਾ, ਬਿਕੋਜ਼ ਇਹਦੀ ਇੰਟੈਂਸ਼ਨ ਕਲੀਅਰ ਹੋਣੀ ਹੈ ਕਿ ਬਈ ਮੈਂ ਜਿਸ ਕਾਲਜ ਜਿਸ ਪ੍ਰੋਗਰਾਮ ਵਾਸਤੇ ਪੜ੍ਹਨ ਜਾ ਰਿਹਾ, ਆ ਲਓ ਜੀ, ਮੈਂ ਉਹਦੇ ਤੋਂ ਰਿਲੇਟਡ ਸਟੱਡੀਜ਼ ਵੀ ਕਰ ਚੁੱਕਿਆ। ਦੈਟਸ ਔਰ ਇੱਥੇ ਜਿਹੜਾ ਕਾਲਜ ਆ ਉਹਨੂੰ ਸਪੈਸ਼ਲ ਇਨਵੀਟੇਸ਼ਨ ਵੀ ਦਿੰਦਾ ਹੈ, ਰਿਕਮੈਂਡੇਸ਼ਨ ਦਿੰਦਾ ਹੈ ਕਿ ਸਟੂਡੈਂਟ ਹੈਜ਼ ਕੰਪਲੀਟਡ ਪਾਰਟ 1 ਹੇਅਰ ਇਨ ਇੰਡੀਆ ਐਟ CIS, ਰਿਮੇਨਿੰਗ ਸਟੱਡੀ ਹੀ ਵਿਲ ਬੀ ਡੂਇੰਗ ਐਟ ਪੇਰੈਂਟ ਕੈਂਪਸ। ਕਿੱਡੀ ਵੱਡੀ ਗੱਲ ਹੈ। ਨਾਰਮਲੀ ਤੇ ਕੋਨਸਟੋਗਾ ਜਾਂ TRU ਲਿਖ ਕੇ ਨਹੀਂ ਦੇਗਾ, ਬਟ ਇੱਕ ਪਾਥਵੇ ਮਾਡਲ 'ਚ ਉਹ ਸੇਮ ਕਾਲਜ ਸੇਮ ਪ੍ਰੋਗਰਾਮ ਵਾਸਤੇ ਜ਼ਰੂਰ ਦੇਗਾ। ਫਰਕ ਤਾਂ ਨਹੀਂ ਪਊਗਾ? ਜੋ ਪੋਸਟ ਸਟੱਡੀ ਵਰਕ ਪਰਮਿਟ ਮਿਲਦਾ ਉਹ ਐਜ਼ ਇਟ ਇਜ਼ ਮਿਲੂਗਾ? ਬਿਲਕੁਲ। ਦੇਖੋ ਮੈਂ ਕਿਹਾ ਨਾ, ਡੇ 1 ਤੋਂ ਅਗਰ ਸਟੂਡੈਂਟ ਇੱਕ ਬੋਨਾਫਾਈਡ ਸਟੂਡੈਂਟ ਕਹਿਲਾ ਰਿਹਾ ਹੈ ਉਸ ਪਾਰਟਿਕੂਲਰ ਇੰਸਟੀਟਿਊਸ਼ਨ ਦਾ, ਅਗਰ ਉਹ ਬੋਨਾਫਾਈਡ ਸਟੂਡੈਂਟ ਹੈ ਔਰ ਉਸ ਪ੍ਰੋਗਰਾਮ ਦੇ ਤਹਿਤ ਸਟੂਡੈਂਟ ਜਦੋਂ ਉੱਥੇ ਮੂਵ ਕਰਦਾ, ਉਹਦੇ ਵਾਸਤੇ ਉਹਦੇ ਵਰਕਿੰਗ ਰਾਈਟਸ ਸਾਰੇ ਸਿਮਿਲਰ ਹੈ ਜੋ ਕਿ ਇੱਕ ਇੰਟਰਨੈਸ਼ਨਲ ਸਟੂਡੈਂਟਸ ਲਈ ਹੈ। ਸਿਰਫ ਉਹਨੂੰ ਰਿਲੈਕਸੇਸ਼ਨ ਫਸਟ ਈਅਰ ਹੈ ਉਹਦੀ ਫੀਸ ਦੇ ਵਿੱਚ, ਉਹਦੇ ਲਿਵਿੰਗ ਐਕਸਪੈਂਸਿਸ ਦੇ ਵਿੱਚ, ਅਦਰ ਐਕਸਪੈਂਸਿਸ। ਰੈਸਟ ਉਹਦੇ ਵਾਸਤੇ ਰਿਲੈਕਸੇਸ਼ਨ ਉਹਦੀ ਐਲੀਜੀਬਿਲਟੀਜ਼ ਵਾਸਤੇ। ਰੈਸਟ ਜਦੋਂ ਸਟੂਡੈਂਟ ਨੇ ਮੂਵ ਕਰਨਾ ਹੈ ਨਾ ਕੈਨੇਡਾ, ਉਹਦੇ ਸਾਰੇ ਰਾਈਟ ਸੇਮ ਆ। that program will lead to a PGWP, post graduation work permit, and finally ਉਹ settlement ਵਾਸਤੇ ਲੀਡ ਵੀ ਕਰੇਗਾ। ਸਟੂਡੈਂਟ ਹੈ, ਉਸਦੀ ਰਿਫਿਊਜ਼ਲ ਆ ਚੁੱਕੀ ਹੈ 1 2 ਜਾਂ 3 ਟਾਈਮ, ਜਿੰਨੀ ਵਾਰ ਵੀ ਆ ਚੁੱਕੀ ਹੈ, ਕਿ ਉਹ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦਾ ਹੈ? ਕਿਉਂਕਿ ਲਗਾਤਾਰ ਰਿਫਿਊਜ਼ਲਸ ਲੱਗ ਰਹੀਆਂ ਨੇ, ਉਹਦਾ ਪੈਸਾ ਖਤਮ ਹੋ ਰਿਹਾ। ਇਸ ਤੋਂ ਵਧੀਆ ਕਿ ਉਹ ਆਪਣਾ ਟਾਈਮ ਇੱਕ ਪੋਜ਼ਿਟਿਵ ਤਰੀਕੇ ਦੇ ਨਾਲ ਕੱਢੇ ਤੇ ਉਸ ਤੋਂ ਬਾਅਦ ਉਹਦੇ ਚਾਂਸਸ ਦੁਬਾਰਾ ਵੱਧ ਸਕਦੇ ਆ। ਐਬਸੋਲੂਟਲੀ। ਦੇਖੋ ਇਸ ਟਾਈਮ ਜਿਹੜੇ ਅਨਡਿਊ ਰਿਜੈਕਸ਼ਨਸ ਵੀ ਕਾਫੀ ਸਟੂਡੈਂਟਸ ਨੂੰ ਫੇਸ ਕਰਨੀਆਂ ਪਈ, ਇਨਫੈਕਟ ਹਾਈ ਫਲਾਇਰ ਸਟੂਡੈਂਟਸ ਨੂੰ ਵੀ ਫੇਸ ਕਰਨੀਆਂ ਪਈਆਂ, ਜਿੱਥੇ ਉਹਨਾਂ ਦਾ ਆਇਲ ਸਕੋਰ ਵੀ 7 ਸੀ, 80% ਵੀ ਸੀ। ਸੋ ਅਸੀਂ ਬੇਸਡ ਔਨ ਉਹਨਾਂ ਦੇ ਲਾਈਕ ਅਕੈਡਮਿਕ, ਉਹਨਾਂ ਦੇ ਆਇਲ ਸਕੋਰ ਅਸੀਂ ਇੱਕ ਵਾਰੀ ਅਸੈਸ ਕਰਦੇ ਹਾਂ। ਸਾਡੀ ਐਕਸਪਰਟ ਟੀਮ ਹੈਗੀ ਆ, like we are available like across the globe, right? So assessment ਕਰਨ ਤੋਂ ਬਾਅਦ ਬਾਕੀ ਅਸੀਂ ਇਨਸ਼ੋਰ ਕਰਦੇ ਹਾਂ ਕਿ ਉਹਨਾਂ ਦੀ ਕੇਪਸ ਨੋਟ ਤੋਂ ਕਿ ਐਗਜ਼ੈਕਟ ਰੀਜ਼ਨ ਕੀ ਸੀ। ਸੋ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਇਹ ਪ੍ਰੋਗਰਾਮ ਆਫਰ ਕਰਦੇ ਹਾਂ। ਮੈਡਮ, ਇੱਕ ਸੋਸ਼ਲ ਮੀਡੀਆ ਤੇ ਨਾ ਕਾਫੀ ਜਦੋਂ ਵੀ ਆਪਾਂ ਇਮੀਗ੍ਰੇਸ਼ਨ ਦੇ ਰਿਗਾਰਡਿੰਗ ਵੀਡੀਓਜ਼ ਪਾਉਂਦੇ ਆ ਤਾਂ ਲੋਕਾਂ ਦੇ ਸਵਾਲ ਜ਼ਰੂਰ ਹੁੰਦੇ ਆ। ਸ਼ਾਇਦ ਮੈਂ ਤੁਹਾਡੇ ਤੋਂ ਪੁੱਛਣਾ ਚਾਹੂੰਗਾ, ਅਗਰ ਗੁੱਸਾ ਨਾ ਕਰੋ। ਲੋਕ ਕਹਿੰਦੇ ਕਿ ਜਦੋਂ ਵੀ ਅਸੀਂ ਕਿਸੇ ਵੀ ਇਮੀਗ੍ਰੇਸ਼ਨ ਕੰਸਲਟੈਂਟ ਕੋਲ ਜਾਂਦੇ ਹਾਂ, ਐਜੂਕੇਸ਼ਨ ਕੰਸਲਟੈਂਟ ਕੋਲ, ਚਾਹੇ ਅਸੀਂ 33% ਵਾਲੇ ਹੋਈਏ, ਸਾਨੂੰ ਇੰਨਾ ਭਰੋਸਾ ਦੇ ਕੇ ਤੋਰਦੇ ਨੇ ਕਿ ਤੁਸੀਂ ਅਗਲੇ 6 ਮਹੀਨਿਆਂ ਦੇ ਵਿੱਚ ਕੈਨੇਡਾ, ਅਮਰੀਕਾ ਬੈਠੇ ਹੋਵੋਗੇ। ਤੁਸੀਂ ਵੀ ਉਸੇ ਤਰੀਕੇ ਨਾਲ ਸੁਪਨੇ ਸਬਜ਼ ਬਾਗ ਦਿਖਾਉਂਦੇ ਹੋ ਜਾਂ ਉਹਨਾਂ ਨੂੰ ਸੱਚਾਈ ਦੱਸ ਦਿਓ ਕਿ ਨਹੀਂ ਕਾਕਾ, ਤੇਰਾ ਨਹੀਂ ਹੋਣਾ? ਸੋ ਦੇਖੋ ਜੀ, ਬਹੁਤ ਹੀ ਵਧੀਆ ਕੁਐਸਚਨ ਪੁੱਛਿਆ, ਬਿਕਾਜ਼ ਅੱਜ ਤੇ ਜਿਹੜਾ ਸਮਾਂ ਚੱਲ ਰਿਹਾ ਮਾਰਕੀਟ 'ਚ, ਦੇयर ਲੋਟ ਆਫ ਲਾਈਕ ਏਜੰਟਸ ਮਸ਼ਰੂਮਿੰਗ ਅਪ, ਬਹੁਤ ਜ਼ਿਆਦਾ ਏਜੰਟਸ ਹੈ। ਸੋ ਜਿੱਥੇ ਆ 33% ਔਰ ਇਹਦੀ ਗੱਲ ਹੈਗੀ ਨਾ, WWIC ਜੇ ਮੈਂ ਕਹਿ ਰਹੀ ਹਾਂ, ਵੀ ਆਰ ਕੰਪੀਟੈਂਟ ਇਨਫ ਟੂ ਗਾਈਡ ਅ ਸਟੂਡੈਂਟ ਇਨ ਅ ਬੋਥ ਅ ਵੇਜ਼, ਡਾਇਰੈਕਟ ਤੇ ਪਾਥਵੇ। ਸੋ ਸਾਡੇ ਕੋਲ ਦੋਨੋਂ ਆਪਸ਼ਨਸ ਹੈ। ਅਗਰ ਬੱਚੇ ਕੋਲ ਘੱਟ ਪਰਸੈਂਟੇਜ ਆ, ਨਹੀਂ ਕਰ ਪਾ ਰਿਹਾ, ਸਾਡੇ ਕੋਲ ਵੇਰੀਅਸ ਅਦਰ ਕੰਟਰੀਜ਼ ਵੀ ਆ ਜਿੱਥੇ ਇਹ ਪ੍ਰੋਗਰਾਮ ਸਟੂਡੈਂਟ ਐਲੀਜੀਬਲ ਹੋਏਗਾ। ਬਟ 33% ਨਾਲ ਸਟੂਡੈਂਟ ਕੈਨੇਡਾ ਨਹੀਂ ਜਾ ਸਕਦਾ, ਰਾਈਟ? ਅਗਰ ਅਸੀਂ ਸਟੂਡੈਂਟ ਨੂੰ ਐਡਵਾਈਸ ਜ਼ਰੂਰ ਕਰਦੇ ਹਾਂ ਕਿ ਯੈਸ ਮੇਕ ਇੰਪਰੂਵਮੈਂਟ ਹੇਅਰ, ਇੰਪਰੂਵਮੈਂਟ ਤੋਂ ਬਾਅਦ ਉਹ ਅਪਲਾਈ ਕਰੇ। ਬਟ ਯੈਸ, ਅਗਰ ਉਹਦੀ ਸਟੂਡੈਂਟ ਦੇ ਲੈਟਸ ਸਪੋਜ਼ 55% ਹੈ, ਉਹ ਡਾਇਰੈਕਟਲੀ ਅਗਰ ਅਪਲਾਈ ਕਰੇਗਾ, ਹੀ ਵਿਲ ਨਾਟ get a positive response on that file, but ahi agar ਉਹ pathway ਦੇ ਥਰੂ ਜਾਏਗਾ, he will definitely see the visa। ਮੈਮ, ਹੁਣ ਤੱਕ ਆਪਾਂ ਜਿੰਨੀ ਚਰਚਾ ਕੀਤੀ, ਲਾਸਟ ਸਵਾਲ ਮੈਂ ਪੁੱਛੂੰਗਾ, ਤੁਹਾਡਾ ਜ਼ਿਆਦਾ ਸਮਾਂ ਨਹੀਂ ਲਊਂਗਾ। ਕੈਨੇਡਾ ਦੇ ਉੱਤੇ ਹੀ ਆਪਾਂ ਗੱਲ ਕਰ ਰਹੇ ਹਾਂ। ਕਈ ਲੋਕਾਂ ਦਾ ਸੁਪਨਾ ਹੋਰ ਵੀ ਹੁੰਦਾ, ਕੋਈ ਕਹਿੰਦਾ ਮੈਂ ਯੂਰਪ 'ਚ ਜਾਣਾ ਚਾਹੁੰਦਾ, ਕੋਈ ਅਗਰ ਟੈਕਨੀਕਲ ਐਜੂਕੇਸ਼ਨ 'ਚ ਜਾਣਾ ਚਾਹੁੰਦਾ ਤਾਂ ਉਹਦੇ ਲਈ ਜਰਮਨੀ ਬੜਾ ਵਧੀਆ ਹੈਗਾ, ਫੈਸ਼ਨ ਦੇ ਵਿੱਚ ਫਰਾਂਸ ਵਗੈਰਾ ਦੀ ਸਟੱਡੀ ਬੜੀ ਵਧੀਆ ਮੰਨੀ ਗਈ ਹੈ। ਤੁਸੀਂ ਉੱਧਰ ਵੀ ਡੀਲ ਕਰਦੇ ਹੋ ਵਿਦਿਆਰਥੀਆਂ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ, ਜਾਂ ਫਿਰ ਸਭ ਨੂੰ ਇੱਕ ਹੀ ਪ੍ਰੈਫਰੈਂਸ ਹੁੰਦੀ ਹੈ ਕਿ ਜੋ ਅੱਜ ਕੱਲ੍ਹ ਦੀ ਜ਼ਿਆਦਾਤਰ ਦੀ ਡ੍ਰੀਮ ਕੰਟਰੀ ਬਣੀ ਵੀ ਹੈ ਕੈਨੇਡਾ, ਉੱਧਰ ਹੀ? ਦੇਖੋ ਜੀ, ਜਿਵੇਂ ਗੱਲ ਕਰੀਏ WWICS, we not only deal with the Canada, yes, predominantly we deal in Canada, but simultaneously we are very much dealing with Australia, New Zealand, Europe ਵਾਸਤੇ ਵੀ, ਜਿੱਥੇ ਸਟੂਡੈਂਟ ਦੀ ਪਹਿਲੋਂ ਅਸੀਂ ਸਟੂਡੈਂਟ ਨੂੰ ਸੁਣਦੇ ਹਾਂ, ਰਾਈਟ, ਕਿ ਉਹਦੀ ਮੇਨ ਪ੍ਰੈਫਰੈਂਸ ਕੀ ਹੈ। ਸੋ ਉਹਦੇ ਅਕੋਰਡਿੰਗਲੀ ਉਹਨੂੰ ਰਾਈਟ ਕੰਟਰੀ, ਰਾਈਟ ਪ੍ਰੋਗਰਾਮ ਅਤੇ ਰਾਈਟ ਇੰਸਟੀਟਿਊਸ਼ਨਸ ਆਫਰ ਕਰਤੇ ਜਾਂਦੇ ਆ। ਸੋ ਇਟ ਇਜ਼ ਨਾਟ ਅਬਾਊਟ ਕਿ ਕੈਨੇਡਾ, ਬਟ ਯੈਸ ਇਸ ਟਾਈਮ ਦਾ ਜਿਹੜਾ ਟਾਈਮ ਹੈ ਨਾ, ਆ ਪੈਂਡੈਮਿਕ ਦੇ ਟਾਈਮ ਸਿਰਫ ਕੈਨੇਡੀਅਨ ਗਵਰਨਮੈਂਟ ਹੀ ਸੀ ਜਿਹਨੇ ਕਾਫੀ ਰਿਲੈਕਸਿੰਗ ਰੂਲਸ ਪੋਲਿਸੀਜ਼ ਦੇ ਨਾਲ ਇੰਟਰਨੈਸ਼ਨਲ ਸਟੂਡੈਂਟਸ ਨੂੰ ਸਪੋਰਟ ਕੀਤੀ, ਅਸਿਸਟ ਕਰਦਾ ਆ ਰਿਹਾ। ਸੋ ਦੈਟਸ ਅ ਰੀਜ਼ਨ। ਪਰ ਇਮੀਗ੍ਰੇਸ਼ਨ ਇੰਡਸਟਰੀ 'ਚ ਇਹ ਵੀ ਚੀਜ਼ ਹੁੰਦਾ ਕਿ ਅੱਜ ਆਹ ਕੰਟਰੀ ਖੁੱਲ੍ਹ ਗਿਆ, ਹੁਣ ਆਹ ਕੰਟਰੀ ਬੰਦ ਹੋ ਗਿਆ, ਜਾਂ ਫਿਰ ਸਾਰਾ ਕੁਝ ਜੋ ਵੀਜ਼ਾ ਮਿਲਣਾ ਹੈ ਉਹ ਵਿਦਿਆਰਥੀ ਦੇ ਡਾਕੂਮੈਂਟਸ ਦੇ ਦਮ 'ਤੇ ਹੀ ਮਿਲਣਾ? ਕਿਉਂਕਿ ਇਹ ਚੀਜ਼ ਦੇਖੀ ਗਈ ਹੈ, ਕੈਨੇਡਾ ਠੀਕ ਆ, ਵੀਜ਼ਾ ਆ ਰਹੇ ਨੇ, UK ਦੇ ਕਾਫੀ ਜ਼ਿਆਦਾ ਪਿਛਲੇ ਸਮੇਂ ਦੇ ਵਿੱਚ ਆਏ ਸੀ, USA ਦੇ ਵੀ ਆ ਰਹੇ ਨੇ, ਪਰ ਹੁਣ ਆਸਟ੍ਰੇਲੀਆ ਔਰ ਨਿਊਜ਼ੀਲੈਂਡ ਬਿਲਕੁਲ ਸ਼ਾਂਤ ਬੈਠੇ ਨੇ।
ਸ਼ਾਂਤੀ ਇਸ ਟਾਈਮ ਬੈਠੇ ਆ ਬਟ ਉਹ ਆਉਣ ਵਾਲੇ ਟਾਈਮ 'ਚ ਓਪਨ ਹੋ ਜਾਣਗੇ ਉਹ ਪ੍ਰੋਵਿੰਸ ਵਾਈਜ਼ ਓਪਨ ਹੋ ਰਿਹਾ ਸੋ ਡੈਫੀਨਿਟਲੀ ਦੇ ਆਰ ਗੋਇੰਗ ਟੂ ਓਪਨ ਦ ਬਾਰਡਰਸ ਫॉर ਇੰਟਰਨੈਸ਼ਨਲ ਸਟੂਡੈਂਟਸ ਤੇ ਉਹ ਕਰਨਗੇ ਇਨਫੈਕਟ ਵੀਜ਼ਾਸ ਵੀ ਆ ਰਹੇ ਆਸਟ੍ਰੇਲੀਆ ਦੇ ਤੇ ਬਟ ਇਹ ਸਟੂਡੈਂਟ ਫਲਾਈ ਨਹੀਂ ਕਰ ਪਾ ਰਿਹਾ ਡਿਊ ਟੂ ਰਿਸਟ੍ਰਿਕਸ਼ਨਸ ਐਂਡ ਆਲ ਬਟ ਕੈਨੇਡਾ ਜਿੱਥੇ ਰਿਸਟ੍ਰਿਕਸ਼ਨਸ ਉਹ ਅਪਲਿਫਟ ਕਰਦਾ ਹੈ ਕਦੀ ਉਹ ਰਿਲੈਕਸੇਸ਼ਨ ਦਿੰਦਾ ਹੈ ਕਦੀ ਉਹ ਸਟ੍ਰਿਕਟ ਹੋ ਜਾਂਦਾ ਹੈ ਸੋ ਸਟੂਡੈਂਟ ਕਿਉਂਕਿ ਆਨਲਾਈਨ ਆਪਸ਼ਨਸ ਵੀ ਦੇ ਰਿਹਾ ਸੋ ਦੈਟਸ ਅ ਰੀਜ਼ਨ ਜਿਹੜਾ ਰੁਝਾਨ ਹੈ ਨਾ ਇੰਟਰਨੈਸ਼ਨਲ ਸਟੂਡੈਂਟਸ ਦਾ ਉਹ ਕੈਨੇਡਾ ਵੱਲ ਜ਼ਿਆਦਾ ਹੁੰਦਾ ਬਿਕਾਜ਼ ਇਹਨਾਂ ਦੇ ਇੱਕ ਤੇ ਤੁਸੀਂ ਗੱਲ ਕਰੋ ਐਕਸਪੈਂਸਿਸ ਇਨ ਕੰਪੈਰੀਜ਼ਨ ਟੂ ਅਦਰ ਕੰਟਰੀਜ਼ ਕਾਫੀ ਰਿਲੈਕਸਡ ਲੋ ਹੁੰਦੇ ਆ ਹਨਾ ਔਰ ਇਹੀ ਇੱਕ ਕੰਟਰੀ ਹੈ ਜਿਹੜੀ ਪੀਆਰ ਮਿਲਣੀ ਵੀ ਸੌਖੀ ਹੈ ਹਾਂਜੀ ਕਿਉਂਕਿ ਇਹੀ ਇੱਕ ਲਾਈਕ ਕੰਟਰੀ ਹੈ ਜਿਹੜਾ ਸਟੂਡੈਂਟ ਨੂੰ ਟ੍ਰਾਂਜੀਸ਼ਨ ਦਿੰਦਾ ਹੈ ਇਨ ਅ ਹੈਜ਼ਲ ਫ੍ਰੀ ਮੈਨਰ ਟੁਵਰਡਸ ਦ ਸੈਟਲਮੈਂਟ ਥੈਂਕ ਯੂ ਵੈਰੀ ਮਚ ਮੈਮ ਜਗਬਾਨੀ ਟੀਵੀ ਨੂੰ ਆਪਣਾ ਸਮਾਂ ਦੇਣ ਦੇ ਲਈ ਥੈਂਕ ਯੂ ਸੋ ਮਚ ਤੇ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਤੁਹਾਡੇ ਕੋਈ ਵੀ ਸਵਾਲ ਨੇ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਲਿਖ ਸਕਦੇ ਹੋ ਤੇ ਉਮੀਦ ਕਰਦੇ ਹਾਂ ਕਿ WWICS ਵੱਲੋਂ ਉਹਨਾਂ ਦੇ ਜਵਾਬ ਵੀ ਜ਼ਰੂਰ ਦਿੱਤੇ ਜਾਣਗੇ ਹੋਰ ਨਵੀਆਂ ਤੇ ਤਾਜ਼ੀਆਂ